ਸਤਿ ਸ਼੍ਰੀ ਅਕਾਲ ਜੀ। ਤੁਸੀਂ ਦੇਖ ਰਹੇ ਹੋ ATC ਨਿਊਜ਼। ਮੈਂ ਮਨਜਿੰਦਰ ਸਿੰਘ। ਵਕਤ ਦੀ ਜੇ ਗੱਲ ਕਰੀਏ, ਜਿਸ ਤਰ੍ਹਾਂ ਕਿ ਸਿਆਣੇ ਕਹਿੰਦੇ ਵਕਤ ਕਿਸੇ 'ਤੇ ਪਾਵੇ ਨਾ ਰੱਬ, ਸੱਚ ਸਿਆਣੇ ਕਹਿੰਦੇ। ਵਕਤ ਇੱਕ ਇਸ ਤਰ੍ਹਾਂ ਦੀ ਚੀਜ਼ ਹੈ, ਵਕਤ ਚੰਗਾ ਹੈ ਤਾਂ ਇਨਸਾਨ ਖੁਸ਼ ਹੈ, ਵਕਤ ਮਾੜਾ ਹੈ ਤਾਂ ਇਨਸਾਨ ਨੂੰ ਦੁੱਖ ਝੇਲਣੇ ਪੈਂਦੇ ਆ। ਪਰ ਅਸਲੀ ਇਨਸਾਨ ਉਹ ਹੈ ਜਿਹੜਾ ਮਾੜੇ ਵਕਤ ਵੇਲੇ ਵੀ ਆਪਣੀ ਹਿੰਮਤ ਨਾ ਹਾਰਦੇ ਹੋਏ, ਵਕਤ ਦਾ ਟਾਕਰਾ ਕਰਦੇ ਹੋਏ, ਮਾੜੇ ਹਾਲਾਤਾਂ ਦਾ ਟਾਕਰਾ ਕਰਦੇ ਹੋਏ ਹਿੰਮਤ ਨਾ ਹਾਰੇ। ਅੱਜ ਤੁਹਾਡੀ ਇੱਕ ਇੱਦਾਂ ਦੇ ਸ਼ਖਸ ਨਾਲ ਗੱਲ ਕਰਾਵਾਂਗੇ। ਪਹਿਲਾਂ ਜਾਣਕਾਰੀ ਲੈਂਦੇ ਹਾਂ। ਮੈਡਮ ਜੀ, ਕੀ ਨਾਂ ਤੁਹਾਡਾ? ਸਤਿ ਸ਼੍ਰੀ ਅਕਾਲ। ਸਭ ਤੋਂ ਪਹਿਲਾਂ ਸਰ ਮੇਰੀ ਸਾਰੇ ਮੀਡੀਆ ਨੂੰ ਦੇਖ ਰਹੇ ਖਬਰਾਂ ਨੂੰ, ਉਸ ਤੋਂ ਪਹਿਲਾਂ ਮੇਰਾ ਨਾਮ ਸੁਖਵੀਰ ਕੌਰ ਹੈ। ਅਸੀਂ ਪਹੁੰਚੇ ਹਾਂ ਸੁਖਵੀਰ ਕੌਰ ਜੀ ਕੋਲ, ਜਿਨ੍ਹਾਂ ਦੀ ਇੱਕ ਪਿਛੋਕੜ ਸਟੋਰੀ ਇੱਕ ਇਸ ਤਰ੍ਹਾਂ ਦੀ ਹੈ ਬਈ ਇਹਨਾਂ ਦੇ ਬਹੁਤ ਵਧੀਆ ਕਾਰੋਬਾਰ ਚੱਲਦਾ ਸੀਗਾ। ਜਿਸ ਤਰ੍ਹਾਂ ਕਿ ਇਹਨਾਂ ਦੀ ਸਰਵਿਸ, ਆਟੋ ਸਰਵਿਸ ਅਤੇ ਨਾਲ ਸਪੇਅਰ ਪਾਰਟ ਦੀ ਦੁਕਾਨ ਸੀਗੀ। ਔਰ ਜਿਸ ਤਰ੍ਹਾਂ ਪਤਾ ਲੱਗਿਆ ਕਿ ਇਹਨਾਂ ਦੇ ਪਤੀ ਨੂੰ ਕੋਈ ਗੰਭੀਰ ਬਿਮਾਰੀ ਨੇ ਘੇਰ ਲਿਆ। ਕਿਸੇ ਸਮੇਂ ਦੇ ਵਿੱਚ ਇਹ ਪਰਮਿੰਦਰ ਆਟੋ ਸਰਵਿਸ ਐਂਡ ਸਪੇਅਰ ਪਾਰਟ ਦੀ ਦੁਕਾਨ ਬਹੁਤ ਹੀ ਮਸ਼ਹੂਰ ਦੁਕਾਨ ਹੁੰਦੀ ਸੀ। ਔਰ ਵਕਤ ਇਸ ਤਰ੍ਹਾਂ ਦਾ ਆਇਆ ਕਿ ਇੱਥੇ ਦੇ ਜੇ ਮਾਲਕ ਸੀਗੇ, ਉਹਨਾਂ ਨੂੰ ਗੰਭੀਰ ਬਿਮਾਰੀ ਨੇ ਘੇਰ ਲਿਆ ਔਰ ਉਹ ਆਪਣੀ ਜ਼ਿੰਦਗੀ ਦੇ ਸਵਾਸ 'ਤੇ ਆ ਗਏ। ਗੱਲ ਕਰਾਉਂਦੇ ਹਾਂ ਤੁਹਾਡੀ ਉਹਨਾਂ ਦੀ ਧਰਮ ਪਤਨੀ ਦੇ ਨਾਲ। ਉਹ ਅੱਜ ਆਪਣਾ ਜੀਵਨ ਕਿਸ ਤਰ੍ਹਾਂ ਬਤੀਤ ਕਰ ਰਹੇ ਨੇ। ਸਵਾਗਤ ਹੈ ਮੈਡਮ ਤੁਹਾਡਾ ਸਾਡੇ ਚੈਨਲ 'ਤੇ। ਕੀ ਕਹੋਗੇ, ਜਿਸ ਤਰ੍ਹਾਂ ਤੁਸੀਂ ਅੱਜ ਦੇ ਸਮੇਂ ਦੇ ਵਿੱਚ ਸੰਘਰਸ਼ ਕਰ ਰਹੇ ਹੋ, ਕੀ ਕਹੋਗੇ? ਸਰ ਮੈਂ ਇਹੀ ਕਹਿਣਾ ਚਾਹੁੰਦੀ ਹਾਂ, ਜੋ ਵਕਤ ਦੀ ਮਾਰ ਮੇਰੇ 'ਤੇ ਪਈ ਹੈ, ਪਰਮਾਤਮਾ ਇਸ ਤਰ੍ਹਾਂ ਦੀ ਮਾਰ ਕਿਸੇ 'ਤੇ ਵੀ ਨਾ ਪਾਵੇ। ਜੋ ਅੱਜ ਅਸੀਂ ਮਾਂ ਬੇਟੀ ਝੇਲ ਰਹੀਆਂ, ਇਹ ਕਿਸੇ 'ਤੇ ਵੀ ਪਰਮਾਤਮਾ ਵਕਤ ਇੱਦਾਂ ਦਾ ਨਾ ਲੈ ਕੇ ਆਵੇ। ਇਹ ਚਾਹੁੰਦੇ ਹਾਂ ਕਿ ਪਰਮਾਤਮਾ ਸਭ ਨੂੰ ਸਵਸਥ ਰੱਖੇ, ਤੰਦਰੁਸਤ ਰੱਖੇ, ਸਾਰੇ ਦਾ ਭਰਿਆ ਪਰਿਵਾਰ ਸਭੇ ਦਾ ਤੰਦਰੁਸਤ ਰਹੇ, ਸਾਰੀ ਦੁਨੀਆ ਦਾ ਭੈਣਾਂ ਭਾਈਆਂ ਦਾ ਪਿਆਰ ਬਣਿਆ ਰਹੇ। ਉਸ ਤੋਂ ਬਾਅਦ ਦੂਸਰੀ ਗੱਲ ਇਹ ਕਿ ਮੇਰੇ ਹਸਬੈਂਡ ਬਿਮਾਰ ਹੋ ਗਏ ਸੀਗੇ। ਬਿਮਾਰੀ ਦਾ ਜਦੋਂ ਸਾਨੂੰ ਪਤਾ ਚੱਲਿਆ ਤਾਂ ਉਸ ਤੋਂ ਬਾਅਦ ਆਪਾਂ PGI ਲੈ ਗਏ। PGI ਤੋਂ 8 ਮਹੀਨੇ ਉਹਨਾਂ ਦਾ ਇਲਾਜ ਚੱਲਿਆ ਅਤੇ ਉਸ ਤੋਂ ਬਾਅਦ ਉਹਨਾਂ ਦੀ ਡੈਥ ਹੋ ਗਈ ਸੀਗੀ। ਮੈਡਮ ਜੇ ਗੱਲ ਕਰੀਏ, ਜਿਸ ਤਰ੍ਹਾਂ ਕਿ ਤੁਸੀਂ ਦੱਸਿਆ ਵੀ ਉਹਨਾਂ ਨੂੰ ਬਿਮਾਰੀ ਤੋਂ ਬਾਅਦ ਉਹਨਾਂ ਦੀ ਡੈਥ ਹੋ ਗਈ। ਔਰ ਜੇ ਗੱਲ ਕਰੀਏ ਵੀ ਅੱਜ ਕੱਲ੍ਹ ਬਿਮਾਰੀਆਂ 'ਤੇ ਖਰਚੇ ਬਹੁਤ ਆਉਂਦੇ ਨੇ, ਇਹਦੇ ਵਿੱਚ ਕੋਈ ਸ਼ੱਕ ਨਹੀਂ ਵੀ ਚੰਗਾ ਖਰਚਾ ਤੁਹਾਡਾ ਆਇਆ ਹੋਏਗਾ। ਅਤੇ ਉਸ ਤੋਂ ਬਾਅਦ ਫਿਰ ਜਿਸ ਤਰ੍ਹਾਂ ਹੁਣ ਪਤਾ ਲੱਗਾ ਵੀ ਤੁਸੀਂ ਇੱਥੇ ਦੁਕਾਨ ਨੂੰ ਆਪ ਚਲਾ ਰਹੇ ਹੋ, ਔਰ ਜਦ ਕਿ ਉਸ ਵੇਲੇ ਤੁਹਾਨੂੰ ਕੁਛ ਇਸ ਕੰਮ ਬਾਰੇ ਨੌਲੇਜ ਘੱਟ ਸੀਗੀ, ਅਤੇ ਫਿਰ ਤੁਸੀਂ ਇਸ ਕੰਮ ਦੇ ਵਿੱਚ ਕਿੱਦਾਂ ਜਾਣਕਾਰੀ ਲਈ ਔਰ ਕਿਸ ਤਰ੍ਹਾਂ ਇਹਨੂੰ ਚਲਾ ਰਹੇ ਹੋ? ਸਰ ਇਸ ਕੰਮ ਬਾਰੇ ਮੈਨੂੰ ਨੌਲੇਜ ਪਹਿਲਾਂ ਤੋਂ ਸੀ। ਜਿੱਦਾਂ ਮੇਰੇ ਹਸਬੈਂਡ ਸਪੇਅਰ ਪਾਰਟ ਦੀ ਦੁਕਾਨ, ਸਪੇਅਰ ਪਾਰਟ ਸਾਡੇ ਪਹਿਲਾਂ ਤੋਂ ਹੀ ਮੰਗਵਾਉਂਦੇ ਹੁੰਦੇ ਸੀ, ਆਪਣਾ ਰੱਖਦੇ ਸੀਗੇ। ਜਲੰਧਰ ਤੋਂ ਸਪੇਅਰ ਪਾਰਟ ਸਾਡੇ ਕੋਲ ਆਉਂਦਾ ਸੀ। ਸਪੇਅਰ ਪਾਰਟ ਬਾਰੇ ਮੈਨੂੰ ਨੌਲੇਜ ਸੀਗੀ। ਇਹ ਨਹੀਂ ਪਤਾ ਸੀ ਕਿ ਇਹ ਪਾਰਟ ਕਿੱਥੇ ਕਿੱਥੇ ਲੱਗਦਾ, ਕਿੱਥੇ ਲਾਇਆ ਜਾਂਦਾ ਹੈ, ਕਿੱਥੋਂ ਖੋਲ੍ਹਣਾ, ਕੀ ਕਰਨਾ, ਇਹਦੇ ਬਾਰੇ ਮੈਨੂੰ ਕੋਈ ਨੌਲੇਜ ਨਹੀਂ ਸੀ। ਕਿਉਂਕਿ ਮੇਰੇ ਹਸਬੈਂਡ ਨੇ ਸਾਨੂੰ ਕਦੀ ਮਾਂ ਬੇਟੀ ਨੂੰ ਘਰ ਤੋਂ ਬਾਹਰ ਹੀ ਨਹੀਂ ਸੀ ਕੱਢਿਆ। ਸਪੇਅਰ ਪਾਰਟ ਬਾਰੇ ਮੈਨੂੰ ਨੌਲੇਜ ਸੀਗੀ। ਤਾਂ ਉਸ ਤੋਂ ਬਾਅਦ ਜਦੋਂ ਮੇਰੇ ਹਸਬੈਂਡ ਦੀ ਡੈਥ ਹੋਈ, 2 ਮਹੀਨੇ ਬਾਅਦ ਮੈਂ ਸ਼ੌਪ 'ਤੇ ਆਉਣ ਲੱਗੀ। ਮੇਰੇ ਹਸਬੈਂਡ ਦੇ ਨਾਲ ਜਿਹੜੇ ਕਾਰੀਗਰ ਪਹਿਲਾਂ ਕੰਮ ਕਰਦੇ ਸੀ, ਉਹੀ ਕਾਰੀਗਰ ਫਿਰ ਉਸ ਤੋਂ ਬਾਅਦ ਕੰਮ ਦੁਕਾਨ 'ਤੇ ਕਰਦੇ ਸੀਗੇ। ਤਾਂ ਉਹਨਾਂ ਵੱਲ ਦੇਖ ਕੇ ਹੀ ਮੈਨੂੰ ਸ਼ੌਂਕ ਜਾਗਿਆ ਕਿ ਮੈਂ ਆਪਣੇ ਹਸਬੈਂਡ ਦਾ ਜੇ ਨਾਮ ਰੌਸ਼ਨ ਕਰਨਾ, ਇਹੀ ਕੰਮ ਖੁਦ ਮੈਂ ਸਿੱਖ ਕੇ ਅੱਗੇ ਚਲਾਉਂਗੀ। ਮੈਡਮ ਜਿਸ ਤਰ੍ਹਾਂ ਕਿ ਦਿਖ ਰਿਹਾ ਵੀ ਤੁਸੀਂ ਇਹ ਆਟੋ ਸਪੇਅਰ ਪਾਰਟ ਐਂਡ ਸਰਵਿਸ ਦੀ ਦੁਕਾਨ ਕਰ ਰਹੇ ਹੋ। ਤੁਸੀਂ ਦੱਸਿਆ ਵੀ ਤੁਸੀਂ ਆਪਣੇ ਪਤੀ ਦੇ ਕਾਰੋਬਾਰ ਨੂੰ ਸੰਭਾਲਿਆ ਉਹਨਾਂ ਦੇ ਗੁਜ਼ਰ ਜਾਣ ਤੋਂ ਬਾਅਦ, ਅਤੇ ਫਿਰ ਤੁਹਾਨੂੰ ਕੋਈ ਮੁਸੀਬਤਾਂ ਦਾ ਵੀ ਸਾਹਮਣਾ ਕਰਨਾ ਪਿਆ? ਹਾਂਜੀ ਸਰ, ਮੁਸੀਬਤਾਂ ਦਾ ਮੈਨੂੰ ਬਹੁਤ ਜ਼ਿਆਦਾ ਸਾਹਮਣਾ ਕਰਨਾ ਪਿਆ। ਕਿਉਂਕਿ ਜਦੋਂ ਮੈਂ ਸ਼ੌਪ 'ਤੇ ਆ ਕੇ ਬੈਠਣ ਲੱਗੀ ਅਤੇ ਉਸ ਤੋਂ ਬਾਅਦ ਕਈਆਂ ਨੇ ਮਜ਼ਾਕ ਵੀ ਕਰਨੇ ਕਿ ਇੱਕ ਔਰਤ ਨੂੰ ਕੀ ਪਤਾ ਮਸ਼ੀਨਰੀ ਬਾਰੇ, ਕਿੱਦਾਂ ਕਰਨਾ, ਕੀ ਨਹੀਂ ਕਰਨਾ ਹੈਗਾ। ਕਿਉਂਕਿ ਮਰਦ ਜਿਹੜੇ ਆ ਹਰ ਇੱਕ ਔਰਤ ਨੂੰ ਇੱਕ ਤਰ੍ਹਾਂ ਦੀ ਸਮਝਦੇ, ਕਿਉਂਕਿ ਹਰ ਇੱਕ ਔਰਤ ਦਾ ਜਿਹੜਾ ਹੁੰਦਾ ਸੈਂਸ ਹੁੰਦਾ ਅਲੱਗ-ਅਲੱਗ ਹੁੰਦਾ ਆ, ਸੋਚ ਅਲੱਗ-ਅਲੱਗ ਹੁੰਦੀ ਆ। ਹਰ ਇੱਕ ਮਰਦ ਦੀ ਸੋਚ ਵੀ ਅਲੱਗ-ਅਲੱਗ ਹੁੰਦੀ ਆ। ਮੇਰੀ ਸ਼ੌਪ 'ਤੇ ਕਈ ਤਰ੍ਹਾਂ ਦੇ ਕਸਟਮਰ ਆਉਂਦੇ ਸੀ, ਕਿਉਂਕਿ ਮੇਰੇ ਹਸਬੈਂਡ ਦੇ ਕੋਲ ਆ ਕੇ ਬੈਠਦੇ ਵੀ ਸੀਗੇ। ਉਸ ਤੋਂ ਬਾਅਦ ਮੈਂ ਆਪਣਾ ਥੋੜ੍ਹਾ ਨਜ਼ਰੀਆ ਚੇਂਜ ਕਰ ਦਿੱਤਾ, ਨਿਯਮ ਥੋੜ੍ਹੇ ਚੇਂਜ ਕਰ ਦਿੱਤੇ। ਉਸ ਤੋਂ ਬਾਅਦ ਕੋਈ ਵੀ ਮੇਰੀ ਦੁਕਾਨ 'ਤੇ ਸ਼ੌਪ 'ਤੇ ਕਾਰੀਗਰਾਂ ਨੂੰ ਇਹ ਕਿਹਾ ਕੋਈ ਨਸ਼ੇ ਵਾਲਾ ਨਹੀਂ ਆਉਣਾ ਚਾਹੀਦਾ। ਜਦੋਂ ਆਪਾਂ ਕੰਮ ਕਰਨਾ, ਕੋਈ ਵੀ ਨਸ਼ਾ ਕਰਕੇ ਨਹੀਂ ਆਊਗਾ। ਜਿਹੜੇ ਨਸ਼ੇ ਤੋਂ ਬਗੈਰ ਹੋਣਗੇ ਉਹਨਾਂ ਦਾ ਆਪਾਂ ਕੰਮ ਕਰਾਂਗੇ। ਦੂਸਰੇ ਆਪਾਂ ਜਿਹੜੇ ਕਸਟਮਰ ਹੋਣਗੇ ਉਹਨਾਂ ਨੂੰ ਕਹਾਂਗੇ ਕਿ ਸਵੇਰੇ ਕਰਾਉਣਾ ਤੁਸੀਂ ਕੰਮ। ਜੋ ਮੇਰੇ ਕੋਲ ਕਾਰੀਗਰ ਵੀ ਕੰਮ ਕਰਦੇ ਸੀ, ਉਹਨਾਂ ਨੂੰ ਵੀ ਆਪਾਂ ਇਹੀ ਸਲਾਹ ਦਿੱਤੀ ਸੀ ਕਿ ਮੇਰੀ ਸ਼ੌਪ 'ਤੇ ਮੇਰੇ ਸਾਹਮਣੇ ਕੋਈ ਨਸ਼ਾ ਨਹੀਂ ਕਰਨਾ ਤੁਸੀਂ। ਉਹਨਾਂ ਨੇ ਵੀ ਮੇਰੀ ਆਗਿਆ ਦਾ ਪਾਲਣ ਕੀਤਾ, ਮੇਰੇ ਸਾਹਮਣੇ ਕੋਈ ਵੀ ਨਸ਼ਾ ਨਹੀਂ ਕੀਤਾ, ਨਾ ਮੇਰੀ ਸ਼ੌਪ 'ਤੇ
ਕਿੰਨੇ ਕਾਰੀਗਰ ਤੁਹਾਡੇ ਕੰਮ ਕਰਦੇ? ਮੇਰੇ ਕੋਲ ਪਹਿਲਾਂ 3 ਕਾਰੀਗਰ ਸੀ ਮੇਰੇ ਹਸਬੰਡ ਦੇ ਹੁੰਦਿਆਂ, ਉਸ ਤੋਂ ਬਾਅਦ 2 ਰਹਿ ਗਏ, ਹੌਲੀ ਹੌਲੀ ਘਟ ਗਏ ਕਿਉਂਕਿ ਮੈਂ ਆਪ ਖੁਦ ਹੱਥੀਂ ਕੰਮ ਕਰਨ ਲੱਗ ਗਈ, ਕਿਉਂਕਿ ਮੇਰੇ ਕੋਲ ਸੈਲਰੀ ਨਹੀਂ ਸੀ ਦੇ ਹੁੰਦੀ ਉਹਨਾਂ ਦੀ। ਇਸ ਕਰਕੇ ਹੌਲੀ ਹੌਲੀ ਲੋਕਡਾਊਨ ਲੱਗਣ ਕਰਕੇ ਤਾਂ ਫਿਰ ਬਹੁਤ ਜ਼ਿਆਦਾ ਕੰਮ ਨੂੰ ਧੱਕਾ ਲੱਗ ਗਿਆ। ਮੇਰੀ ਬੇਟੀ ਦੀ ਪੜ੍ਹਾਈ ਵੀ ਛੁੱਟ ਗਈ। ਫਿਰ ਲੋਕਡਾਊਨ ਦੇ ਵਿੱਚ ਮੈਂ ਆਪਣੀ ਬੇਟੀ ਨੂੰ ਕੰਮ ਸਿਖਾਇਆ ਆਪ ਖੁਦ, ਤਾਂ ਉਸ ਤੋਂ ਬਾਅਦ ਮੈਂ ਆਪਣੀ ਬੇਟੀ ਟ੍ਰੇਨਡ ਕੀਤੀ। ਹੁਣ ਅਸੀਂ ਮਾਂ ਬੇਟੀ ਦੋਨੋਂ ਹੀ ਕੰਮ ਕਰਦੀਆਂ ਤੇ ਮੋਰੇ ਸਿੱਖਣ ਵਾਲੇ ਮੁੰਡੇ ਲਾਏ ਹੋਏ ਆ ਤੜਕੇ। ਕਿਹੜੇ ਕਿਸ ਤਰ੍ਹਾਂ ਦੇ ਕੰਮ ਤੁਸੀਂ ਕਰਦੇ ਹੋ? ਜਿਸ ਤਰ੍ਹਾਂ ਕਿ ਦੇਖਣ ਨੂੰ ਮਿਲ ਰਿਹਾ ਵੀ ਕੁਝ ਮੋਟਰਸਾਈਕਲ ਸਕੂਟਰ ਵਗੈਰਾ ਦੀ ਤੁਸੀਂ ਰਿਪੇਅਰ ਕਰਦੇ ਹੋ, ਉਹਦੇ ਵਿੱਚ ਕਿਸ ਤਰ੍ਹਾਂ ਦੀਆਂ ਕੰਮ ਕਰਦੇ ਹੋ? ਆਪਾਂ ਮੋਟਰਸਾਈਕਲ ਪਲਟੀਨਾ, ਪਲਸਰ, ਸਪਲੈਂਡਰ, ਗਲੈਮਰ ਕੋਈ ਵੀ ਆਵੇ ਆਪਾਂ ਸਰਵਿਸ ਵਗੈਰਾ ਕਰ ਲਈਦੀ ਆ। ਬ੍ਰੇਕ ਸ਼ੂ ਪਾ ਲਈਦੇ ਆ, ਚੈਨ ਸੈੱਟ ਵਗੈਰਾ ਪਾ ਲਈਦਾ, ਮੀਟਰ ਤਾਰ, ਬ੍ਰੇਕ ਤਾਰ, ਸਾਰਾ ਆਪਾਂ ਸ਼ੋਰ ਟੇਲ ਸਾਰਾ ਕਰ ਲਈਦਾ ਆ। ਸਾਰਾ ਤਕਰੀਬਨ ਰਿਪੇਅਰ ਤੱਕ ਆਪਾਂ ਕੁੱਲ ਪੂਰੀ ਕਰ ਲਈਦੀ ਆ ਫੁੱਲ। ਤੇ ਬੱਚਿਆਂ ਬਾਰੇ ਦੱਸੋਗੇ? ਬੱਚੇ ਕਿੰਨੇ ਤੁਹਾਡੇ? ਬੱਚੇ ਮੇਰੇ ਬੇਟੀ ਆ, ਜੇ ਬੇਟਾ ਹੀ ਆ ਮੇਰਾ ਸਾਰਾ ਕੁਝ ਮੇਰਾ। ਇਹਦੇ ਤੇ ਮੇਰਾ ਮਾਣ ਆ ਕਿ ਜੇ ਮੇਰਾ ਬੇਟਾ ਹੈ, ਬੇਟੀ ਨਹੀਂ। ਬੇਟੀ ਮੈਂ ਕਦੀ ਸਮਝਿਆ ਨਹੀਂ, ਮੇਰੇ ਮਾਂ-ਬਾਪ ਨੇ ਮੇਰੇ 'ਚ ਨਹੀਂ ਕਦੀ ਫਰਕ ਸਮਝਿਆ ਬੇਟੀ ਆ ਜਾਂ ਬੇਟਾ ਆ। ਮੈਂ ਵੀ ਆਪਣੀ ਬੇਟੀ 'ਚ ਕਦੀ ਫਰਕ ਨਹੀਂ ਸਮਝਿਆ। ਲੋਕੀ ਕਹਿੰਦੇ ਬੇਟਾ ਹੋਣਾ ਚਾਹੀਦਾ, ਮੇਰਾ ਇਹੀ ਬੇਟਾ ਆ, ਸ਼ਾਨ ਆ, ਮੈਂ ਮਾਣ ਆ, ਮੈਨੂੰ ਇਹਦੇ ਤੇ ਮਾਣ ਆ ਕਿ ਮੇਰਾ ਬੇਟਾ ਆ। ਤੇ ਬੇਟੀ ਵੀ ਫਿਰ ਤੁਹਾਡੇ ਨਾਲ ਕੰਮ 'ਚ ਮਦਦ ਕਰਦੀ ਹੈ? ਹਾਂਜੀ, ਬੇਟੀ ਮੇਰੀ ਕੰਮ 'ਚ ਮਦਦ ਕਰਦੀ। ਪਹਿਲਾਂ ਜਦੋਂ ਸਟੱਡੀ ਕਰਦੀ, ਸਕੂਲ ਜਾਂਦੀ ਸੀਗੀ, 4th ਕਲਾਸ ਵਿੱਚ ਪੜ੍ਹਦੀ ਸੀ। ਜਦੋਂ ਇਹਦੇ ਪਾਪਾ ਦੀ ਡੈਥ ਹੋਈ, 3rd ਦਾ ਇਹਦਾ ਰਿਜ਼ਲਟ ਆ ਗਿਆ ਸੀਗਾ, 4th 'ਚ ਹੋ ਗਈ। ਉਦੋਂ ਵੀ ਵਧੀਆ ਸਟੱਡੀ ਰਹੀ ਕਿਉਂਕਿ ਸਕੂਲ BMP ਸਕੂਲ 'ਚ ਪੜ੍ਹਦੀ ਸੀਗੀ। ਸਟੱਡੀ ਵੇਲੇ ਵੀ ਇਹ 1st ਡਿਵੀਜ਼ਨ ਲੈ ਕੇ ਆਉਂਦੀ ਸੀ, A ਗ੍ਰੇਡ ਨੰਬਰ ਲੈਂਦੀ ਸੀ, ਪੜ੍ਹਨੇ ਨੂੰ ਵੀ ਹੁਸ਼ਿਆਰ ਸੀ। ਤਾਂ ਉਸ ਤੋਂ ਬਾਅਦ ਇਹਨੇ ਮੇਰੇ ਵੱਲ ਦੇਖ ਕੇ ਥੋੜ੍ਹਾ ਦਿਲ ਕਮਜ਼ੋਰ ਹੋ ਗਿਆ ਕਿ ਮੇਰੀ ਮਾਂ ਇਕੱਲੀ ਬੈਠੀ ਰਹਿੰਦੀ ਆ ਦੁਕਾਨ 'ਤੇ, ਕਿੱਦਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਦੀ ਆ, ਮੇਰੇ ਲਈ ਕੀ ਕੁਛ ਕਰਦੀ ਆ। ਫਿਰ ਹੌਲੀ ਹੌਲੀ ਜਿੱਦਾਂ ਖਰਚੇ ਦਾ ਵੀ ਥੋੜ੍ਹਾ ਨਾ ਪ੍ਰੋਬਲਮ ਆ ਗਈ, ਤਾਂ ਮੇਰੀ ਬੇਟੀ ਨੇ ਵੀ ਸਟੱਡੀ ਵੱਲੋਂ ਥੋੜ੍ਹਾ ਧਿਆਨ ਘੱਟ ਗਿਆ। ਇਸ ਕਰਕੇ ਫਿਰ ਸਕੂਲ ਦੀ ਫੀਸ ਵੀ ਨਹੀਂ ਦੇ ਹੋਈ, ਐਡਮਿਸ਼ਨ ਵੀ ਨਹੀਂ ਦੇ ਹੋਈ, ਸਕੂਲ ਇਹਨੂੰ ਛੱਡਣਾ ਪਿਆ। ਮੈਡਮ ਜੇ ਗੱਲ ਕਰੀਏ, ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਬੇਟੀ ਤੁਹਾਡੀ ਪੜ੍ਹਨ ਦੇ ਵਿੱਚ ਬਹੁਤ ਹੁਸ਼ਿਆਰ ਸੀਗੀ ਔਰ ਸਕੂਲ ਦੇ ਵਿੱਚੋਂ ਉਹਨੂੰ ਕੱਢਣ ਦਾ ਕਾਰਨ ਕੀ ਹੋਇਆ? ਕਿ ਤੁਸੀਂ ਫੀਸ ਨਹੀਂ ਦੇ ਸਕੇ ਜਾਂ ਆਪਣੇ ਨਾਲ ਇਹਦੀ ਮਦਦ ਲੈਣਾ ਚਾਹੁੰਦੇ ਸੀਗੇ? ਨਹੀਂ ਸਰ, ਮਦਦ ਮੈਂ ਨਹੀਂ ਲੈਣਾ ਚਾਹੁੰਦੀ ਸੀ। ਮੈਂ ਤਾਂ ਇਹਦੇ ਪਾਪਾ ਦੇ ਖਿਆਲਾਂ 'ਤੇ ਪੂਰਾ ਖਰਾ ਉਤਰਨਾ ਚਾਹੁੰਦੀ ਸੀ। ਫੀਸ ਦੀ ਦਿੱਕਤ ਆਈ, ਅਸੀਂ ਫੀਸ ਨਹੀਂ ਦੇ ਸਕਦੇ ਸੀਗੇ। ਕੀ ਤੁਹਾਡੇ ਹਾਲਾਤਾਂ ਨੂੰ ਦੇਖਦੇ ਹੋਏ ਸਕੂਲ ਵਾਲਿਆਂ ਨੇ ਕੋਈ ਤੁਹਾਡੀ ਮਦਦ ਨਹੀਂ ਕੀਤੀ ਜਾਂ ਇਹਦੀ ਫੀਸ ਮਾਫ ਨਹੀਂ ਕੀਤੀ? ਫੀਸ ਜਿੱਦਾਂ ਥੋੜ੍ਹੀ ਉਹਨਾਂ ਨੇ ਮਾਫ ਕੀਤੀ ਸੀ ਪਹਿਲਾਂ, ਫਿਰ ਜਿੱਦਾਂ ਲੋਕਡਾਊਨ ਲੱਗਣ ਦੇ ਕਾਰਨ ਨਾ ਆਨਲਾਈਨ ਕਲਾਸਾਂ ਲੱਗਣ ਲੱਗ ਗਈਆਂ। ਸਾਡੇ ਕੋਲ ਮੇਨ ਮੁੱਦਾ ਮੋਬਾਈਲ ਦਾ ਆ ਗਿਆ ਕਿਉਂਕਿ ਮੋਬਾਈਲ 'ਤੇ ਆਨਲਾਈਨ ਕਲਾਸਾਂ ਲੱਗਦੀਆਂ ਸੀ। ਮੇਰੇ ਕੋਲ ਮੋਬਾਈਲ ਹੈ ਨਹੀਂ ਸੀਗਾ। ਜਿਹੜੇ ਐਗਜ਼ਾਮ ਵੀ ਸੀਗੇ ਮੈਂ ਸਕੂਲ ਜਾ ਕੇ ਟੀਚਰਾਂ ਦੇ ਮੋਬਾਈਲ ਤੋਂ ਹੀ ਕਰਵਾਉਂਦੀ ਸੀ। ਇਹਦੇ ਕੋਈ ਸਰਕਾਰ ਵੱਲੋਂ ਮਦਦ ਮਿਲੀ ਹੋਵੇ? ਨਹੀਂ, ਸਰਕਾਰ ਵੱਲੋਂ ਸਰ ਸਾਨੂੰ ਕੋਈ ਵੀ ਮਦਦ ਨਹੀਂ ਮਿਲੀ। ਕੋਈ ਸਰਕਾਰ ਨੂੰ ਤੁਸੀਂ ਆਪਣੇ ਵੱਲੋਂ ਗੁਹਾਰ ਲਾਈ, ਕੋਈ ਮਦਦ ਦੀ ਮੰਗ ਕੀਤੀ? ਸਰ ਅਸੀਂ ਅੱਜ ਤੱਕ 4 ਸਾਲ ਵਿੱਚ ਕਦੀ ਮਾਂ ਬੇਟੀ ਨੇ ਕਿਸੇ ਵੀ ਮੋਰੇ ਹੱਥ ਨਹੀਂ ਅੱਡਿਆ। ਜੋ ਵੀ ਕਮਾਇਆ ਆਪਣਾ ਕਮਾਇਆ, 10 ਕਮਾਏ ਉਹਨਾਂ 'ਚ ਸਬਰ ਕੀਤਾ, 100 ਕਮਾਇਆ ਉਹਦੇ 'ਚ ਸਬਰ ਕੀਤਾ, ਕਦੀ ਕਿਸੇ ਮੋਰੇ ਹੱਥ ਨਹੀਂ ਅੱਡਿਆ। ਤੇ ਹੁਣ ਕੀ ਚਾਹੁੰਦੇ ਹੋ? ਤੁਹਾਡੀ ਬੱਚੀ ਜਿਹੜੀ ਹੈ ਇਹ ਤੁਹਾਡੇ ਨਾਲ ਹੀ ਕੰਮ ਦੇ ਵਿੱਚ ਹੱਥ ਵਟਾਉਂਦੀ ਰਹੇ ਜਾਂ ਇਹਦਾ ਕੋਈ ਹੋਰ ਵਧੀਆ ਭਵਿੱਖ ਬਣਾਉਣ ਲਈ ਤੁਸੀਂ ਉਹਨੂੰ ਪੜ੍ਹਾਉਣਾ ਚਾਹੋਗੇ? ਨਹੀਂ ਸਰ, ਮੈਂ ਕੰਮ 'ਚ ਹੱਥ ਵਟਾਉਣ ਦੀ ਨਹੀਂ ਗੱਲ ਕਰਦੀ। ਮੈਂ ਕਹਿੰਦੀ ਜੋ ਇਹਦੇ ਪਾਪਾ ਨੇ ਸੁਪਨੇ ਇਹਦੇ ਲਈ ਦੇਖੇ ਸੀਗੇ ਉਹ ਮੈਂ ਸਾਕਾਰ ਕਰ ਸਕਾਂ। ਸਰਕਾਰ ਸਾਡੀ ਮਦਦ ਕਰੇ, ਮੇਰੀ ਬੇਟੀ ਦੀ ਸਟੱਡੀ ਪੂਰੀ ਕਰਵਾਏ। ਬਸ ਮੇਰੀ ਇਹੀ ਬੇਨਤੀ ਹੈ ਸਰਕਾਰ ਅੱਗੇ, ਮੇਰੀ ਬੇਟੀ ਦੀ ਸਟੱਡੀ ਪੂਰੀ ਕਰਵਾਈ ਜਾਵੇ। ਜੋ ਇਹਦੇ ਪਾਪਾ ਦੇ ਸੁਪਨੇ ਇਹਦੇ ਲਈ ਦੇਖੇ ਸੀ ਉਹ ਪੂਰੇ ਹੋ ਜਾਣ। ਕੀ ਇਹ ਸੁਨੇਹਾ ਤੁਸੀਂ ਇਸ ਬੰਗਾ ਸ਼ਹਿਰ ਦੇ ਆਗੂਆਂ ਨਾਲ ਜਾਂ ਕਿਸੇ ਮੋਹਤਬਰ ਨਾਲ ਜਾਂ ਕਿਸੇ ਪਾਰਟੀ ਆਗੂ ਨਾਲ ਜਾਂ ਜਿਸ ਤਰ੍ਹਾਂ ਸਰਕਾਰ ਦੇ ਨੁਮਾਇੰਦੇ ਹੁੰਦੇ ਨੇ MLA ਵਗੈਰਾ, ਕੀ ਉਹਨਾਂ ਨਾਲ ਕੋਈ ਤੁਸੀਂ ਇਹ ਗੁਹਾਰ ਲਾਈ ਵੀ ਤੁਹਾਡੀ ਬੇਟੀ ਦੀ ਸਰਕਾਰ ਮਦਦ ਕਰੇ? ਨਹੀਂ ਸਰ, ਆਪਾਂ ਕਦੀ ਕਿਸੇ ਮੂਹਰੇ, ਆਪਾਂ ਤੁਹਾਨੂੰ ਪਹਿਲਾਂ ਹੀ ਦੱਸਿਆ ਨਾ, ਕਿਸੇ ਮੂਹਰੇ ਕਦੀ ਕੋਈ ਗੁਹਾਰ ਨਹੀਂ ਲਾਈ ਹੈਗੀ। ਕਦੀ ਕਿਸੇ ਮੂਹਰੇ ਦੁੱਖ ਰੋਇਆ ਹੀ ਨਹੀਂ ਕਿ ਅਸੀਂ ਮਾਂ ਬੇਟੀ ਆਪਣਾ ਗੁਜ਼ਾਰਾ ਕਿੱਦਾਂ ਕਰਦੇ ਕਿੱਦਾਂ ਨਹੀਂ। ਕਦੀ ਕਿਸੇ ਰਿਸ਼ਤੇਦਾਰ ਦੇ ਮੂਹਰੇ ਨਹੀਂ ਕੀਤੀ, ਨਾ ਕਿਸੇ ਨੇ ਸਾਨੂੰ ਪੁੱਛਿਆ, ਨਾ ਆਪਾਂ ਦੱਸਿਆ। ਹੁਣ ਕੀ ਚਾਹੁੰਦੇ ਹੋ ਤੁਸੀਂ? ਸਰਕਾਰ ਕੀ ਮਦਦ ਕਰੇ ਤੁਹਾਡੀ? ਸਰਕਾਰ ਆਪਾਂ ਇਹੀ ਕਹਿੰਦੇ ਆ ਜੋ ਹੋ ਸਕੇ ਸਰਕਾਰ ਮਦਦ ਮੇਰੀ ਬੇਟੀ ਦੀ ਕਰੇ, ਸਟੱਡੀ ਇਹਦੀ ਪੂਰੀ ਕੀਤੀ ਜਾਵੇ। ਉਹਦੇ ਲਈ ਕੀ ਫਿਰ ਤੁਸੀਂ ਕਿਸੇ ਨੁਮਾਇੰਦੇ ਨੂੰ ਮਿਲੋਗੇ ਜਾਂ ਜਿਸ ਤਰ੍ਹਾਂ ਤੁਸੀਂ ਦੱਸਿਆ ਪਹਿਲਾਂ ਨਹੀਂ ਮਿਲੇ? ਨਹੀਂ, ਅਸੀਂ ਕਿਸੇ ਵੀ ਨੁਮਾਇੰਦੇ ਨੂੰ ਨਹੀਂ ਮਿਲਾਂਗੇ। ਬਹੁਤ ਧੰਨਵਾਦ ਜੀ। ਇੱਥੇ ਇਹਨਾਂ ਦੀ ਬੇਟੀ ਵੀ ਮੌਜੂਦ ਹੈ। ਬੇਟਾ ਕੀ ਨਾਂ ਤੁਹਾਡਾ? ਸਤਿ ਸ਼੍ਰੀ ਅਕਾਲ, ਮੇਰਾ ਨਾਮ ਨਵਜੋਤ। ਨਵਜੋਤ ਬੇਟਾ, ਜਿਸ ਤਰ੍ਹਾਂ ਤੁਹਾਡੀ ਮਦਰ ਨੇ ਦੱਸਿਆ ਬਈ ਤੁਹਾਡੇ ਪਿਤਾ ਜੀ ਦੇ ਜਾਣ ਤੋਂ ਬਾਅਦ ਤੁਸੀਂ ਇਹ ਸੰਘਰਸ਼ ਕਰ ਰਹੇ ਹੋ ਔਰ ਆਪਣੀ ਮਾਂ ਦੇ ਨਾਲ ਹੈਲਪ ਕਰ ਰਹੇ ਹੋ ਇਸ ਕੰਮ ਨੂੰ ਚਲਾਉਣ ਲਈ ਔਰ ਤੁਹਾਡੀ ਪੜ੍ਹਾਈ ਵੀ ਉਸ ਕਾਰਨ ਛੁੱਟ ਗਈ। ਹੁਣ ਤੁਸੀਂ ਅੱਗੋਂ ਕੀ ਕਰਨਾ ਚਾਹੁੰਦੇ ਹੋ? ਅੱਗੋਂ ਮੈਂ ਜੇ ਮੇਰੀ ਪੜ੍ਹਾਈ ਹੋ ਗਈ ਤਾਂ ਮੈਂ ਪੁਲਿਸ ਅਫਸਰ ਬਣਨਾ ਚਾਹੁੰਦੀ ਹਾਂ। ਤੇ ਹੁਣ ਤੁਸੀਂ ਜਿਸ ਤਰ੍ਹਾਂ ਕਹਿ ਰਹੇ ਹੋ ਵੀ ਪੜ੍ਹਾਈ ਹੋ ਗਈ, ਪੁਲਿਸ ਅਫਸਰ ਬਣਨਾ ਚਾਹੁੰਦੇ ਹੋ, ਤੇ ਫਿਰ ਤੁਸੀਂ ਹੁਣ ਪੜ੍ਹਾਈ ਲਈ ਕੀ ਉਪਰਾਲਾ ਕਰੋਗੇ ਜਾਂ ਕੀ ਕਮੀ ਪੇਸ਼ੀ ਆ ਰਹੀ ਹੈ? ਕਮੀ ਪੇਸ਼ੀ ਪੈਸੇ ਦੀ ਆ ਰਹੀ ਆ, ਫੀਸ ਦੀ ਆ ਰਹੀ ਆ, ਇਸ ਕਰਕੇ ਮੈਂ ਤਾਂ ਸਕੂਲੇ ਨਹੀਂ ਜਾ ਹੋ ਰਿਹਾ।
ਤੇ ਮੇਰੀ ਪੜ੍ਹਾਈ ਪੂਰੀ ਵੀ ਨਹੀਂ ਹੋ ਰਹੀ। ਬਹੁਤ ਧੰਨਵਾਦ ਜੀ। ਤੁਸੀਂ ਸੁਣਿਆ ਕਿ ਜਿਸ ਤਰ੍ਹਾਂ ਕਿ ਇਹ ਮੈਡਮ ਜੀ ਔਰ ਉਹਨਾਂ ਦੀ ਬੇਟੀ ਦੀ ਜੇ ਪਿਛੋਕੜ ਵਾਲੇ ਜਾਈਏ ਤਾਂ ਦੱਸਣ ਵਿੱਚ ਪਤਾ ਲੱਗਾ ਹੈ ਕਿ ਇਹਨਾਂ ਦਾ ਜਿਹੜਾ ਕਾਰੋਬਾਰ ਸੀ, ਇਹਨਾਂ ਦੇ ਜੋ ਪਤੀ ਸੀ ਚਲਾਉਂਦੇ ਸੀ ਔਰ ਬਹੁਤ ਹੀ ਵਧੀਆ ਕੰਮ ਚੱਲਦਾ ਸੀ, ਪਰ ਮਾੜਾ ਭਾਣਾ ਵਾਪਰਨ ਨਾਲ ਇਹਨਾਂ ਦੇ ਪਤੀ ਗੁਜ਼ਰ ਗਏ ਔਰ ਉਸ ਤੋਂ ਬਾਅਦ ਉਸੇ ਕੰਮ ਨੂੰ ਸੰਭਾਲਦੇ ਹੋਏ ਇਹ ਮਾਂ ਅਤੇ ਬੇਟੀ ਦੋਨੋਂ ਹੀ ਇੱਕ ਬਹੁਤ ਹੀ ਸੰਘਰਸ਼ੀ ਜੀਵਨ ਜੀਂਦੇ ਹੋਏ ਇਸ ਕਾਰੋਬਾਰ ਨੂੰ ਅੱਗੇ ਚਲਾ ਰਹੇ ਔਰ ਜਿਸ ਤਰ੍ਹਾਂ ਪਤਾ ਲੱਗਾ ਹੈ ਕਿ ਮਕੈਨਿਕ ਦਾ ਕੰਮ ਵੀ ਇਹ ਮੈਡਮ ਖੁਦ ਕਰ ਰਹੇ ਨੇ, ਉਹਨਾਂ ਦੀ ਬੇਟੀ ਵੀ ਉਹਨਾਂ ਦੀ ਮਦਦ ਕਰ ਰਹੀ ਹੈ। ਪਰ ਇਹਨਾਂ ਦਾ ਜਿਹੜਾ ਇੱਕ ਅਣਖੀ ਸੋਚ ਹੈ ਕਿ ਇਹਨਾਂ ਨੇ ਅੱਜ ਤੱਕ ਕਿਸੇ ਦੇ ਅੱਗੇ ਹੱਥ ਨਹੀਂ ਫੈਲਾਏ ਔਰ ਕਿਸੇ ਕੋਲੋਂ ਮਦਦ ਨਹੀਂ ਮੰਗੀ, ਪਰ ਇਹ ਚਾਹੁੰਦੇ ਨੇ ਕਿ ਸਾਡਾ ਸੁਨੇਹਾ ਸਾਡੇ ਮੀਡੀਆ ਰਾਹੀਂ ਸਰਕਾਰ ਕੋਲ ਪਹੁੰਚੇ ਔਰ ਸਰਕਾਰ ਇਹਨਾਂ ਦੀ ਕੋਈ ਮਦਦ ਕਰੇ, ਕਿਉਂਕਿ ਇਹਨਾਂ ਦੀ ਬੇਟੀ ਅੱਗੋਂ ਪੜ੍ਹਨਾ ਚਾਹੁੰਦੀ ਹੈ ਔਰ ਪੜ੍ਹ ਕੇ ਪੁਲਿਸ ਅਫਸਰ ਬਣਨਾ ਚਾਹੁੰਦੀ ਹੈ। ਔਰ ਸਾਡੇ ਚੈਨਲ ਵੱਲੋਂ ਵੀ ਇਹ ਸਰਕਾਰ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਇੱਦਾਂ ਦੇ ਪਰਿਵਾਰਾਂ ਦੀ ਮਦਦ ਕੀਤੀ ਜਾਵੇ ਔਰ ਇਹਨਾਂ ਦੇ ਲੋੜਾਂ ਪੂਰੀਆਂ ਕਰਨ ਦੇ ਵਿੱਚ ਕੋਈ ਨਾ ਕੋਈ ਹੈਲਪ ਜ਼ਰੂਰ ਕੀਤੀ ਜਾਵੇ। ਨਰਿੰਦਰ ਮਾਹੀ ਦੇ ਨਾਲ ਮੈਂ ਮਨਜਿੰਦਰ ਸਿੰਘ, ਤੁਸੀਂ ਦੇਖਦੇ ਰਹੋ ATC ਨਿਊਜ਼। ਬੰਗਾ ਦੀ ਉੱਤਮ ਕੁਆਲਿਟੀ ਅਤੇ ਸਸਤੇ ਰੇਟਾਂ ਵਿੱਚ ਰੰਗ ਰੋਗਨ ਦੀ ਦੁਕਾਨ ਸਨੀ ਪੇਂਟ ਸਟੋਰ ਨੇੜੇ ਬਾਬਾ ਸਿੱਧਨਾਥ ਮੰਦਿਰ, ਗੜਸ਼ੰਕਰ ਰੋਡ, ਬੰਗਾ, ਜਿੱਥੇ ਕਿ ਉੱਤਮ ਕੁਆਲਿਟੀ ਦੇ ਰੰਗ ਰੋਗਨ ਸਸਤੇ ਰੇਟਾਂ ਤੇ ਮਿਲਦੇ ਹਨ। ਮੋਬਾਈਲ ਫੋਨ ਨੰਬਰ 9417602525 9417602525। ਧੰਨਵਾਦ।